ਤੱਤਾ ਅਤਰ ਤਰਿਓ ਨਹਿ ਜਾਈ। ਤਾਨਾ ਤ੍ਰਿਭਵਨ ਮੈਂ ਰਹਿ ਸਮਾਈ। ਜੋ ਤ੍ਰਿਭਵਨ ਤਨ ਮਾਹੇ ਸਮਾਵਾ। ਤੋ ਤੱਤਾ ਤਤ ਮਿਲਿਆ ਸੱਚ ਪਾਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 341। ਭਗਤਾਂ ਕੀ ਬਾਣੀ ਦੇ ਅੰਤਰਗਤ ਗੌੜੀ ਰਾਗ ਦੇ ਵਿੱਚ ਸ੍ਰੀ ਕਬੀਰ ਜੀ ਕੀ ਬਾਣੀ 52 ਅੱਖਰੀ ਪਾਤਸ਼ਾਹ ਜੀ ਦੀ ਰਚਨਾ ਦੀ 22ਵੀਂ ਪੌੜੀ ਤੱਤਾ ਅੱਖਰ ਦੇ ਪ੍ਰਥਾਏ ਫਰਮਾਨ ਕਰਨ ਲੱਗੇ ਹਨ। ਕਹਿੰਦਾ ਤੱਤਾ ਅਤਰ ਤਰਿਓ ਨਹਿ ਜਾਈ। ਤਾਨਾ ਤ੍ਰਿਭਵਨ ਮੈਂ ਰਹਿ ਸਮਾਈ। ਤੱਤਾ ਅਤਰ ਤਰਿਓ ਨਹਿ ਜਾਈ। ਤੱਤਾ ਅੱਖਰ ਦੇ ਪ੍ਰਥਾਏ ਫਰਮਾਨ ਕਰਦੇ ਹਨ ਕਿ ਨਾ ਤਰਿਆ ਜਾਣ ਵਾਲਾ ਅਤਰ ਸੰਸਾਰ ਰੂਪੀ ਸਮੁੰਦਰ ਤਰਿਓ ਨਹਿ ਜਾਈ, ਅਰਥਾਤ ਕਿ ਆਸਾਨੀ ਦੇ ਨਾਲ ਤਰਿਆ ਨਹੀਂ ਜਾਂਦਾ। ਕਿਉਂਕਿ ਮਹਾਰਾਜ ਕਹਿੰਦੇ ਤਾਨਾ ਤ੍ਰਿਭਵਨ ਮੈਂ ਰਹਿ ਸਮਾਈ, ਅਰਥਾਤ ਕਿ ਸਾਡਾ ਤਨ ਅਥਵਾ ਚੰਚਲ ਮਨ ਸਾਰੀ ਤ੍ਰਿਲੋਕੀ ਦੇ ਪਦਾਰਥਾਂ ਦੀ ਵਾਸ਼ਨਾ ਦੇ ਵਿੱਚ ਸਮਾ ਰਿਹਾ ਹੈ। ਅਤੇ ਜੇਕਰ ਮਹਾਰਾਜ ਕਹਿੰਦੇ ਜੋ ਤ੍ਰਿਭਵਨ ਤਨ ਮਾਹੇ ਸਮਾਵਾ। ਤੋ ਤਤਹ ਤਤ ਮਿਲਿਆ ਸੱਚ ਪਾਵਾ। ਜੋ ਤ੍ਰਿਭਵਨ ਤਨ ਮਾਹੇ ਸਮਾਵਾ, ਅਰਥਾਤ ਕਿ ਜੇਕਰ ਸਾਰੀ ਤ੍ਰਿਲੋਕੀ ਅਥਵਾ ਉਸਦੇ ਪਦਾਰਥਾਂ ਦੀ ਵਾਸ਼ਨਾ ਹੀ ਸਾਡੇ ਧਨ ਅਥਵਾ ਮਨ ਦੇ ਵਿੱਚ ਸਮਾ ਜਾਵੇ, ਭਾਵ ਕਿ ਗਵਾਚ ਕੇ ਰਹਿ ਜਾਵੇ ਅਥਵਾ ਖਤਮ ਹੀ ਹੋ ਜਾਵੇ, ਤਾਂ ਮਹਾਰਾਜ ਕਹਿੰਦੇ ਤੋ ਤਤਹ ਤਤ ਮਿਲਿਆ ਸੱਚ ਪਾਵਾ। ਅਰਥਾਤ ਕਿ ਇਸ ਤਰੀਕੇ ਦੇ ਨਾਲ ਤਤ ਸਰੂਪ ਪਰਮੇਸ਼ਰ ਨੂੰ ਆਤਮ ਤਤ ਮਿਲ ਪੈਂਦਾ ਹੈ ਅਤੇ ਇਸ ਤਰ੍ਹਾਂ ਉਸ ਸਤ ਸਰੂਪ ਪਰਮੇਸ਼ਰ ਨੂੰ ਮਹਾਰਾਜ ਕਹਿੰਦੇ ਪਾ ਲਈਦਾ ਭਾਈ। ਸੋ ਅੱਗੋਂ 23ਵੀਂ ਪੌੜੀ ਦੇ ਵਿੱਚ ਥੱਥਾ ਅੱਖਰ ਦੇ ਪ੍ਰਥਾਏ ਮਹਾਰਾਜ ਫਰਮਾਨ ਕਰਨ ਲੱਗੇ। ਕਹਿੰਦਾ ਥੱਥਾ ਅਥਾਹ ਥਾ ਨਹੀਂ ਪਾਵਾ। ਉਹ ਅਥਾਹ ਇਹੋ ਥਿਰ ਨਾ ਰਹਾਵਾ। ਥੋੜਾ ਥਲ ਥਾਨਕ ਆਰੰਭੈ। ਬਿਨ ਹੀ ਥੰਬੈ ਮੰਦਰ ਥੰਬੈ। ਥੱਥਾ ਅਥਾਹ ਥਾ ਨਹੀਂ ਪਾਵਾ, ਅਰਥਾਤ ਥੱਥਾ ਅੱਖਰ ਦੇ ਪ੍ਰਥਾਏ ਮਹਾਰਾਜ ਫਰਮਾਨ ਕਰਦੇ ਹਨ ਕਿ ਉਹ ਅਕਾਲ ਪੁਰਖ ਵਾਹਿਗੁਰੂ ਭਾਈ ਅਥਾਹ ਹੈ ਅਤੇ ਉਸ ਦੀ ਥਾਂ ਪਾਈ ਨਹੀਂ ਜਾ ਸਕਦੀ, ਭਾਵ ਕਿ ਉਹ ਇੱਕ ਐਸਾ ਅਮੀਕ ਸਮੁੰਦਰ ਹੈ ਜਿਸ ਦੀ ਡੂੰਘਾਈ ਨਾਪੀ ਨਹੀਂ ਜਾ ਸਕਦੀ। ਕਹਿੰਦਾ ਉਹ ਅਥਾਹ ਇਹੋ ਥਿਰ ਨਾ ਰਹਾਵਾ, ਅਰਥਾਤ ਕਿ ਉਹ ਅਕਾਲ ਪੁਰਖ ਵਾਹਿਗੁਰੂ ਤਾਂ ਅਥਾਹ ਹੈ, ਅਮੀਕ ਹੈ, ਅਮਿਣਵਾ ਹੈ, ਪਰੰਤੂ ਸਾਡਾ ਚੰਚਲ ਮਨ ਕਦੇ ਵੀ ਥਿਰ ਨਹੀਂ ਰਹਿੰਦਾ, ਭਾਵ ਕਿ ਕਦੇ ਵੀ ਟਿਕ ਕੇ ਨਹੀਂ ਬਹਿੰਦਾ। ਔਰ ਮਨ ਦੀ ਇਸ ਚੰਚਲਤਾ ਦੇ ਬਾਵਜੂਦ ਵੀ ਮਹਾਰਾਜ ਕਹਿੰਦੇ ਥੋੜਾ ਥਲ ਥਾਨਕ ਆਰੰਭ ਹੈ, ਅਰਥਾਤ ਕਿ ਐਵੇਂ ਥੋੜ੍ਹੇ ਜਿਹੇ ਥਾਂ ਦੇ ਉੱਪਰ ਹੀ ਇਹ ਚੰਚਲ ਜੀਵ ਥਾਨਕ ਅਰਥਾਤ ਕਿ ਮਹਿਲ ਜਾਂ ਫਿਰ ਬਸਤੀ ਬਣਾਉਣੀ ਆਰੰਭ ਦਿੰਦਾ ਹੈ। ਕਹਿਣ ਤੋਂ ਭਾਵ ਹੈ ਕਿ ਐਵੇਂ 4 ਕੁ ਦਿਨਾਂ ਦੀ ਜ਼ਿੰਦਗਾਨੀ ਹੋਣ ਦੇ ਬਾਵਜੂਦ ਵੀ ਇਹ ਜੀਵ ਵੱਡੇ ਵੱਡੇ ਸੁਪਨਿਆਂ ਦੇ ਮਹਿਲ ਉਸਾਰਨੇ ਸ਼ੁਰੂ ਕਰ ਦਿੰਦਾ ਹੈ। ਅਤੇ ਇਸ ਤਰ੍ਹਾਂ ਭੁੱਲੜ ਜੀ ਮਹਾਰਾਜ ਕਹਿੰਦਾ ਬਿਨ ਹੀ ਥੰਬੈ ਮੰਦਰ ਥੰਬੈ, ਅਰਥਾਤ ਕਿ ਥੰਬਲਿਆਂ ਤੋਂ ਬਿਨਾਂ ਹੀ ਮਨ ਮੰਦਰ ਨੂੰ ਥੰਮਣਾ ਲੋੜਦਾ, ਬੁਰਜੀਆਂ ਤੋਂ ਬਿਨਾਂ ਹੀ ਛੱਤ ਨੂੰ ਟਿਕਾਉਣੀ ਚਾਹੁੰਦਾ ਹੈ। ਕਹਿਣ ਤੋਂ ਭਾਵ ਹੈ ਕਿ ਨਾਮੁਮਕਿਨ ਗੱਲਾਂ ਕਰਦਾ, ਜਿਵੇਂ ਚੰਚਲ ਮਨ ਦੇ ਨਾਲ ਅਥਾਹ ਪਰਮੇਸ਼ਰ ਦਾ ਪਾਰ ਪਾਉਣਾ ਲੋੜਦਾ ਹੈ। ਸੋ ਅੱਗੋਂ 24ਵੀਂ ਪੌੜੀ ਦੇ ਵਿੱਚ ਦੱਦਾ ਅੱਖਰ ਦੇ ਪ੍ਰਥਾਏ ਮਹਾਰਾਜ ਫਰਮਾਨ ਕਰਨ ਲੱਗੇ। ਕਹਿੰਦਾ ਦੱਦਾ ਦੇਖ ਜੋ ਬਿਨ ਸੰਹਾਰਾ। ਜਸ ਅਦੇਖ ਤਸ ਰਾਖ ਵਿਚਾਰਾ। 10ਵਾਂ ਦੁਆਰ ਕੁੰਚੀ ਜਬ ਦੀਜੈ। ਤੋ ਦਇਆਲ ਕੋ ਦਰਸ਼ਨ ਕੀਜੈ। ਦੱਦਾ ਦੇਖ ਜੋ ਬਿਨ ਸੁਨਹਾਰਾ। ਦੱਦਾ ਅੱਖਰ ਦੇ ਪ੍ਰਥਾਏ ਮਹਾਰਾਜ ਫਰਮਾਨ ਕਰਦੇ ਹਨ ਕਿ ਇਹ ਜੋ ਦ੍ਰਿਸ਼ਟਮਾਨ ਜਗਤ ਹੈ ਨਾ, ਇਸ ਨੂੰ ਬਿਨ ਸੁਨਹਾਰਾ ਕਰਕੇ ਦੇਖ, ਭਾਵ ਕਿ ਛਿਣ ਭੰਗਰ ਅਥਵਾ ਝੂਠ ਕਰਕੇ ਜਾਣੇ ਸੰਸਾਰ ਨੂੰ। ਅਤੇ ਮਹਾਰਾਜ ਕਹਿੰਦੇ ਜਸ ਅਦੇਖ ਤਸ ਰਾਖ ਵਿਚਾਰਾ। ਮਹਾਰਾਜ ਕਹਿੰਦੇ ਜੋ ਦ੍ਰਿਸ਼ਟ ਪਰਮੇਸ਼ਰ ਹੈ ਨਾ, ਉਹਨੂੰ ਆਪਣੇ ਵਿਚਾਰ ਅਥਵਾ ਚਿੰਤਨ ਦੇ ਵਿੱਚ ਰੱਖਣਾ ਕਰ ਭਾਈ।
ਜਾਂ ਫਿਰ ਉਸ ਅਦ੍ਰਿਸ਼ਟ ਪਰਮੇਸ਼ਰ ਨੂੰ ਵਿਚਾਰ ਕਰਕੇ ਆਪਣੇ ਹਿਰਦੇ ਦੇ ਵਿੱਚ ਰੱਖਣਾ ਕਰ। ਅਤੇ ਮਹਾਰਾਜ ਕਹਿੰਦੇ ਦਸਵੇਂ ਦੁਆਰ ਕੁੰਚੇ ਜਬ ਦੀਜੈ ਤੋ ਦਇਆਲ ਕੋ ਦਰਸ਼ਨ ਕੀਜੈ। ਦਸਵੇਂ ਦੁਆਰ ਕੁੰਚੀ ਜਬ ਦੀਜੈ ਅਰਥਾਤ ਕਿ ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਦੇ ਦੁਆਰਾ ਜਦੋਂ ਆਪਣੇ ਮਹਿਲ ਅਥਵਾ ਦਸੋਂ ਦੁਆਰ ਦੀ ਕੁੰਜੀ ਬਖਸ਼ਦੇ ਹਨ ਨਾ, ਭਾਵ ਕਿ ਜਦੋਂ ਜੀਵ ਨੂੰ ਆਪਣੇ ਸਵਾਸ ਸਵਾਸ ਸਿਮਰਨ ਦੀ ਦਾਤ ਬਖਸ਼ਦੇ ਨੇ, ਮਹਾਰਾਜ ਸ਼ਬਦ ਦੀ ਦਾਤ ਬਖਸ਼ਦੇ ਨੇ, ਤਾਂ ਮਹਾਰਾਜ ਕਹਿੰਦੇ ਤੋ ਦਇਆਲ ਕੋ ਦਰਸ਼ਨ ਕੀਜੈ ਅਰਥਾਤ ਕਿ ਤਾਂ ਹੀ ਕਿਤੇ ਜਾ ਕੇ ਦਇਆ ਦੇ ਘਰ ਦਇਆਲੂ ਕਿਰਪਾਲੂ ਪਰਮੇਸ਼ਰ ਜੀ ਦਾ ਦਰਸ਼ਨ ਨਸੀਬ ਹੁੰਦਾ ਭਾਈ। ਸੋ ਅੱਗੋਂ 25ਵੀਂ ਪੌੜੀ ਦੇ ਵਿੱਚ ਤਾਂ ਦਾਖਰ ਦੇ ਪ੍ਰਥਾਏ ਮਹਾਰਾਜ ਫਰਮਾਨ ਕਰਨ ਲੱਗੇ, ਕਹਿੰਦੇ ਤੱਦਾ ਅਰਧ ਉਰਦ ਨਬੇਰਾ ਅਰਧ ਉਰਦ ਮਾਂਜ ਬਸੇਰਾ ਅਰਧ ਛਾੜ ਉਰਦ ਜੋ ਆਵਾ ਤੋ ਅਰਧ ਉਰਦ ਮਿਲਿਆ ਸੁਖ ਪਾਵਾ। ਤੱਦਾ ਅਰਧ ਹੈ ਉਰਦ ਨਬੇਰਾ, ਅਰਧ ਕਹਿੰਦੇ ਥੱਲੇ ਨੂੰ ਧਰਤੀ ਨੂੰ ਜਾਂ ਨੀਚਤਾ ਨੂੰ, ਉਰਦ ਕਹਿੰਦੇ ਉੱਪਰ ਜਾਂ ਆਕਾਸ਼ ਨੂੰ। ਤੱਦਾ ਅਰਧ ਉਰਦ ਨਬੇਰਾ ਤਾਂ ਦਾਖਰ ਦੇ ਪ੍ਰਥਾਏ ਮਹਾਰਾਜ ਫਰਮਾਨ ਕਰਦੇ ਹਨ ਕਿ ਅਰਧ ਅਰਥਾਤ ਨੀਚ ਬਿਰਤੀ ਦੇ ਧਾਰਨੀ ਇਸ ਜੀਵ ਦਾ ਤਾਂ ਕੇਵਲ ਉਸ ਉਰਦ ਅਰਥਾਤ ਆਤੁ ਚ ਪਰਮੇਸ਼ਰ ਕਰਕੇ ਹੀ ਭਾਈ ਨਬੇੜਾ ਹੈ ਅਥਵਾ ਖਲਾਸੀ ਹੈ। ਮਹਾਰਾਜ ਕਹਿੰਦੇ ਅਰਧ ਉਰਦ ਮਾਂਜ ਬਸੇਰਾ, ਰਹੀ ਗੱਲ ਪਰਮੇਸ਼ਰ ਦੇ ਵਸੇਬੇ ਦੀ। ਮਹਾਰਾਜ ਕਹਿੰਦੇ ਧਰਤੀ ਤੇ ਆਕਾਸ਼ ਆਦਿ ਸਾਰੇ ਥਾਂ ਹੀ ਉਸ ਦਾ ਬਸੇਰਾ ਹੈ, ਜਾਂ ਫਿਰ ਅਰਧ ਦਾ ਉਰਦ ਦੇ ਵਿੱਚ ਅਤੇ ਉਰਦ ਦਾ ਅਰਧ ਦੇ ਵਿੱਚ ਵਸੇਰਾ ਹੈ, ਭਾਵ ਕਿ ਖਲਕਤ ਦਾ ਖਾਲਕਤ ਦੇ ਵਿੱਚ ਅਤੇ ਖਾਲਕ ਦਾ ਖਲਕਤ ਦੇ ਵਿੱਚ ਵਸੇਬਾ ਹੈ। ਮਹਾਰਾਜ ਕਹਿੰਦੇ ਅਰਧ ਹੈ ਛਾੜ ਉਰਦ ਜੋ ਆਵਾ ਤੋ ਅਰਧ ਉਰਦ ਮਿਲਿਆ ਸੁਖ ਪਾਵਾ। ਅਰਧ ਛਾੜ ਉਰਦ ਜੋ ਆਵਾ, ਜੇਕਰ ਅਰਧ ਨੂੰ ਛੱਡ ਕੇ ਉਰਦ ਦੇ ਵਿੱਚ ਆ ਜਾਵਾਂ ਨਾ, ਧਰਤੀ ਨੂੰ ਛੱਡ ਕੇ ਆਕਾਸ਼ ਦੇ ਵਿੱਚ ਆਉਣਾ ਕਰਾਂ, ਭਾਵ ਕਿ ਦੇਹ ਦਿਆਸ ਨੂੰ ਛੱਡ ਕੇ ਦਸੋਂ ਦੁਆਰ ਦੇ ਵਿੱਚ ਜਾਂ ਫਿਰ ਸਹਿਜ ਪਦ ਦੇ ਵਿੱਚ ਆਉਣਾ ਕਰਾਂ, ਤਾਂ ਮਾਰੇ ਕਹਿੰਦੇ ਤੋ ਅਰਧ ਉਰਦ ਮਿਲਿਆ ਸੁਖ ਪਾਵਾ। ਤਾਂ ਫਿਰ ਅਰਧ ਨੂੰ ਉਰਦ ਦੇ ਮਿਲਿਆ ਹੀ ਮਾਰੇ ਕਹਿੰਦੇ ਸੁਖ ਪਾਵੀ ਦੇ, ਭਾਵ ਕਿ ਆਤਮਾ ਦੇ ਪਰਮਾਤਮਾ ਨੂੰ ਮਿਲਿਆ ਹੀ ਭਾਈ ਸਕੂਨ ਪ੍ਰਾਪਤ ਕਰੀਦਾ ਹੈ। ਸੋ ਅੱਗੋਂ 26ਵੀਂ ਪੌੜੀ ਦੇ ਵਿੱਚ ਨੰਨਾ ਅੱਖਰ ਦੇ ਪ੍ਰਥਾਏ ਮਹਾਰਾਜ ਕਿਰਪਾ ਕਰਨ ਲੱਗੇ, ਕਹਿੰਦੇ ਨੰਨਾ ਨਿਸ ਦਿਨ ਨਿਰਖਤ ਜਾਈ ਨਿਰਖਤ ਨੈਣ ਰਹੇ ਰਤ ਵਾਈ ਨਿਰਖਤ ਨਿਰਖਤ ਜਾਬ ਜਾਏ ਪਾਵਾ ਤਾਬ ਲੈ ਨਿਰਖ ਨਿਰਖ ਮਿਲਾਵਾ। ਨੰਨਾ ਨਿਸ ਦਿਨ ਨਿਰਖਤ ਜਾਈ, ਨਿਸ ਕਹਿੰਦੇ ਰਾਤ ਨੂੰ, ਦਿਨ ਕਹਿੰਦੇ ਦਿਨ ਨੂੰ, ਨਿਰਖਤ ਵੇਖਣ ਦੀ ਕਿਰਿਆ ਨੂੰ ਕਹਿੰਦੇ ਨੇ। ਨੰਨਾ ਨਿਸ ਦਿਨ ਨਿਰਖਤ ਜਾਈ ਅਰਥਾਤ ਕਿ ਨੰਨਾ ਅੱਖਰ ਦੇ ਪ੍ਰਥਾਏ ਪਾਤਸ਼ਾਹ ਫਰਮਾਨ ਕਰਦੇ ਹਨ ਕਿ ਸਾਡੀ ਹਰੇਕ ਰਾਤ ਅਤੇ ਦਿਨ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵੇਖਦਿਆਂ ਹੀ ਜਾ ਰਿਹਾ ਹੈ, ਭਾਵ ਕਿ ਸਾਡਾ ਹਰੇਕ ਪਲ ਉਸ ਦੇ ਦਰਸ਼ਨਾਂ ਦੀ ਉਡੀਕ ਦੇ ਵਿੱਚ ਉਸ ਦਾ ਰਾਹ ਤੱਕਦਿਆਂ ਗੁਜ਼ਰ ਰਿਹਾ ਹੈ। ਅਸੀਂ ਉਸ ਦੇ ਰਾਹਾਂ ਦੇ ਵਿੱਚ ਆਪਣੇ ਨੇਤਰ ਵਿਛਾਈ ਬੈਠੇ ਹਾਂ। ਮਹਾਰਾਜ ਕਹਿੰਦੇ ਨਿਰਖਤ ਨੈਣ ਰਹੇ ਰਤ ਵਾਈ, ਇੱਕ ਟੱਕ ਟਿਕਟਕੀ ਲਾ ਕੇ ਉਸ ਦੇ ਰਾਹਾਂ ਨੂੰ ਤੱਕਦਿਆਂ ਹੋਇਆਂ, ਤਾਂ ਮਹਾਰਾਜ ਕਹਿੰਦੇ ਹੁਣ ਸਾਡੇ ਨੈਣ ਅਥਵਾ ਨੇਤਰ ਵੀ ਰਤਵਾਈ ਅਰਥਾਤ ਰਤ ਵਰਗੇ ਜਾਂ ਲਹੂ ਵਰਗੇ ਲਾਲ ਹੋ ਰਹੇ ਨੇ, ਭਾਵ ਕਿ ਉਸ ਦੇ ਰਾਹ ਨੂੰ ਤੱਕਦਿਆਂ ਤਾਂ ਹੁਣ ਸਾਡੇ ਨੇਤਰਾਂ ਦੇ ਵਿੱਚ ਵੀ ਭਾਈ ਲਹੂ ਉਤਰ ਆਇਆ ਹੈ। ਅਤੇ ਫਿਰ ਮਹਾਰਾਜ ਕਹਿੰਦੇ ਨਿਰਖਤ ਨਿਰਖਤ ਜਾਬ ਜਾਏ ਪਾਵਾ ਤਬ ਲੈ ਨਿਰਖ ਨਿਰਖ ਮਿਲਾਵਾ। ਨਿਰਖਤ ਨਿਰਖਤ ਜਾਬ ਜਾਏ ਪਾਵਾ ਅਰਥਾਤ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨਿਰਖਦਿਆਂ ਭਾਵ ਤੱਕਦਿਆਂ ਜਦੋਂ ਮੈਂ ਉਸ ਦੀ ਜਾਏ ਅਰਥਾਤ ਜਗ੍ਹਾ ਪਾਉਂਦਾ ਨਾ, ਅੰਤਸ਼ਕਰਨ ਰੂਪੀ ਥਾਂ ਪਾਉਂਦਾ, ਹਿਰਦੇ ਰੂਪੀ ਥਾਂ ਪਾਉਂਦਾ ਹਾਂ, ਤਾਂ ਮਹਾਰਾਜ ਕਹਿੰਦੇ ਤਾਬ ਲੈ ਨਿਰਖ ਨਿਰਖ ਮਿਲਾਵਾ ਅਰਥਾਤ ਕਿ ਤਾਂ ਕਿਤੇ ਜਾ ਕੇ ਨਿਰਖ ਹੈ ਅਰਥਾਤ ਤੱਕਣ ਹਾਰੇ ਜਗਿਆਸੂ ਜਾਂਦਾ। ਨਿਰਖ ਅਰਥਾਤ ਜਿਸ ਨੂੰ ਤੱਕਿਆ ਜਾ ਰਿਹਾ ਉਸ ਕਰਤਾਰ ਦੇ ਨਾਲ ਮਿਲਾਪ ਹੁੰਦਾ ਭਾਈ, ਭਾਵ ਕਿ ਦੇਖਣ ਹਾਰੇ ਜੀਵ ਦਾ ਦ੍ਰਿਸ਼ਟਮਾਨ ਪਰਮੇਸ਼ਰ ਦੇ ਨਾਲ ਇੱਕ ਮਿਕਤਾ ਹੁੰਦੀ ਹੈ। ਤਬਲੇ ਨਿਰਖ ਨਿਰਖ ਮਿਲਾਵਾ, ਦਰਸ਼ਕ ਦੀ ਭਾਈ ਦ੍ਰਿਸ਼ ਦੇ ਵਿੱਚ ਲੀਨਤਾ ਹੁੰਦੀ ਹੈ।
ਸੋ ਮਹਾਰਾਜ ਕਹਿੰਦੇ ਨਿਰਖਤ ਨਿਰਖਤ ਜਬ ਜਾਏ ਪਾਵਾ ਤਬ ਲੈ ਨਿਰਖ ਨਿਰਖ ਮਿਲਾਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।